ਮੇਰਾ ਦਿਓਰ ਅੱਧੀ ਰਾਤ ਨੂੰ ਮੇਰੇ ਕਮਰੇ ਵਿੱਚ ਆ ਕੇ ਸ਼ੋਰ ਮਚਾ ਦਿੰਦਾ ਕਿ ਭਾਬੀ ਤੁਹਾਡੇ ਕਮਰੇ ਵਿੱਚ ਚੂਹਾ ਹੈ। ਮੈਨੂੰ ਚੂਹੇ ਤੋਂ ਬਹੁਤ ਡਰ ਲੱਗਦਾ ਸੀ। ਦਿਓਰ ਮੈਨੂੰ ਆਪਣੇ ਕਮਰੇ ਵਿੱਚ ਲਿਜਾ ਕੇ ਪਹਿਲਾਂ ਜੂਸ ਦਾ ਗਿਲਾਸ ਪਿਲਾਉਂਦਾ ਤੇ ਮੇਰੇ ਕੋਲ ਬੈਠ ਕੇ ਮੈਨੂੰ ਸੁਲਾ ਦਿੰਦਾ। ਸਵੇਰੇ ਜਦੋਂ ਮੈਂ ਜਾਗਦੀ ਤਾਂ ਮੇਰੇ ਕੱਪੜੇ ਤੇ ਅਜੀਬ ਜਿਹੇ ਨਿਸ਼ਾਨ ਲੱਗੇ ਹੁੰਦੇ। ਮੈਨੂੰ ਦਿਓਰ ਤੇ ਸ਼ੱਕ ਹੋਣ ਲੱਗਿਆ। ਅਗਲੀ ਰਾਤ ਵੀ ਦਿਓਰ ਨੇ ਉਦਾਂ ਹੀ ਕੀਤਾ ਤਾਂ ਮੈਂ ਜੂਸ ਨਾ ਪੀਤਾ ਤੇ ਸੌਣ ਦਾ ਨਾਟਕ ਕਰਨ ਲੱਗੀ। ਹਾਲੇ ਕੁਝ ਹੀ ਦੇਰ ਗੁਜ਼ਰੀ ਸੀ ਕਿ ਦਿਓਰ ਨੇ ਮੇਰੇ ਨਾਲ ਮੇਰਾ ਵਿਆਹ ਪਿੰਡ ਵਿੱਚ ਹੋਇਆ ਸੀ। ਮੇਰੇ ਸਹੁਰੇ ਵਾਲਿਆਂ ਦੀ ਪਿੰਡ ਵਿੱਚ ਬਹੁਤ ਵੱਡੀ ਹਵੇਲੀ ਸੀ। ਇਸ ਹਵੇਲੀ ਵਿੱਚ ਜ਼ਿਆਦਾ ਲੋਕ ਨਹੀਂ ਰਹਿੰਦੇ ਸੀ ਕਿਉਂਕਿ ਮੇਰਾ ਪਤੀ ਬਾਹਰਲੇ ਮੁਲਕ ਵਿੱਚ ਕੰਮ ਕਰਦਾ ਸੀ। ਇੱਕ ਦਿਓਰ ਸੀ ਜੋ ਕਿ ਜ਼ਮੀਨਾਂ ਦਾ ਕੰਮ ਕਰਦਾ ਸੀ। ਇਸ ਹਵੇਲੀ ਵਿੱਚ ਮੈਂ ਆਪਣੇ ਦਿਓਰ ਦੇ ਨਾਲ ਇਕੱਲੀ ਰਹਿੰਦੀ ਸੀ। ਉਸ ਦੇ ਇਲਾਵਾ ਕਈ ਨੌਕਰ ਵੀ ਮੌਜੂਦ ਸੀ। ਮੇਰੀਆਂ 2 ਨਨਾਣਾਂ ਸੀ ਜਿਸ ਦਾ ਵਿਆਹ ਬਹੁਤ ਪਹਿਲਾਂ ਹੀ ਹੋ ਗਿਆ ਸੀ। ਮੇਰੇ ਸੱਸ ਸਹੁਰਾ ਬਹੁਤ ਪਹਿਲਾਂ ਮਰ ਚੁੱਕੇ ਸੀ, ਇਸ ਲਈ ਮੈਂ ਸਾਰਾ ਦਿਨ ਨੌਕਰਾਂ ਨਾਲ ਰਹਿੰਦੀ ਸੀ। ਸ਼ਾਮ ਹੁੰਦੇ ਹੀ ਮੇਰਾ ਦਿਓਰ ਵੀ ਘਰ ਆ ਜਾਂਦਾ। ਮੇਰੇ ਪਤੀ ਦੀ ਖਾਨਦਾਨੀ ਜ਼ਮੀਨ ਸੀ ਜਿਸ ਦੀ ਦੇਖਭਾਲ ਮੇਰਾ ਛੋਟਾ ਦਿਓਰ ਕਰਦਾ ਸੀ। ਵਜ੍ਹਾ ਇਹੀ ਸੀ ਕਿ ਉਹ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ, ਜਦੋਂ ਕਿ ਮੇਰਾ ਪਤੀ ਪੜ੍ਹਿਆ ਲਿਖਿਆ ਸੀ। ਇਸ ਲਈ ਉਹ ਬਾਹਰ ਮੁਲਕ ਜਾ ਕੇ ਪੜ੍ਹਾਈ ਕਰਨ ਦੇ ਬਾਅਦ ਬਾਹਰ ਕੰਮ ਕਰਨਾ ਚਾਹੁੰਦਾ ਸੀ। ਜ਼ਮੀਨਾਂ ਤੇ ਕੰਮ ਨਹੀਂ ਕਰਨਾ ਚਾਹੁੰਦਾ ਸੀ। ਮੇਰਾ ਦਿਓਰ ਸੀ ਤਾਂ ਬਹੁਤ ਚੰਗਾ, ਪਰ ਉਸ ਵਿੱਚ ਇੱਕ ਬੁਰਾਈ ਸੀ। ਜਦੋਂ ਉਹ ਖੇਤਾਂ ਵਿੱਚ ਕੰਮ ਕਰਦਾ ਤਾਂ ਬੁਲਾਉਣ ਤੇ ਵੀ ਘਰ ਨਾ ਆਉਂਦਾ। ਉਸ ਦਾ ਕਹਿਣਾ ਸੀ, ਜੇ ਮੈਂ ਛੋਟੀ ਗੱਲ ਲਈ ਘਰ ਆਉਂਗਾ ਤਾਂ ਲੋਕ ਮੈਨੂੰ ਕਮਜ਼ੋਰ ਸਮਝਣਗੇ। ਮੈਨੂੰ ਉਸ ਦੀ ਇਸ ਗੱਲ ਨੂੰ ਲੈ ਕੇ ਗੁੱਸਾ ਆਉਂਦਾ ਸੀ। ਇਸ ਦੇ ਇਲਾਵਾ ਉਹ ਬਹੁਤ ਚੰਗਾ ਸੀ, ਮੇਰਾ ਬਹੁਤ ਧਿਆਨ ਰੱਖਦਾ ਸੀ। ਮੈਨੂੰ ਉਸ ਤੋਂ ਹੋਰ ਕੋਈ ਮਸਲਾ ਨਹੀਂ ਸੀ। ਮੇਰੀਆਂ ਨਨਾਣਾਂ ਵੀ ਕਦੇ-ਕਦਾਰ ਮਿਲਣ ਆਉਂਦੀਆਂ ਤੇ 1-2 ਦਿਨ ਰੁਕ ਕੇ ਚਲੀਆਂ ਜਾਂਦੀਆਂ। ਮੈਂ ਆਪਣੀ ਨਨਾਣਾਂ ਦੀ ਵਜ੍ਹਾ ਨਾਲ ਬਹੁਤ ਸਕੂਨ ਵਿੱਚ ਸੀ, ਇਸ ਲਈ ਕਿਉਂਕਿ ਉਹ ਲੜਾਈ ਝਗੜਾ ਕਰਨ ਵਾਲੀਆਂ ਨਹੀਂ ਸੀ। ਜਦੋਂ ਕਦੇ ਮੇਰਾ ਪਤੀ ਛੁੱਟੀ ਤੇ ਆਉਂਦਾ ਤਾਂ ਉਹ ਵੀ ਭਰਾ ਨੂੰ ਮਿਲਣ ਦੇ ਬਹਾਨੇ ਆ ਜਾਂਦੀਆਂ ਸੀ। ਵੈਸੇ ਘਰ ਵਿੱਚ ਬਸ ਮੈਂ ਤੇ ਦਿਓਰ ਹੀ ਰਹਿੰਦੇ ਸੀ। ਮੇਰੇ ਵਿਆਹ ਨੂੰ ਕੁਝ ਮਹੀਨੇ ਹੀ ਗੁਜ਼ਰੇ ਸੀ। ਪਤੀ ਦੇ ਜਾਣ ਤੋਂ ਬਾਅਦ ਮੇਰੇ ਨਾਲ ਅਜੀਬ ਵਾਕਿਆ ਹੋਣ ਲੱਗੇ। ਪਹਿਲਾਂ ਤਾਂ ਮੈਨੂੰ ਮੇਰਾ ਵਹਿਮ ਲੱਗਿਆ ਕਿ ਸ਼ਾਇਦ ਇਹ ਮੇਰਾ ਵਹਿਮ ਹੈ, ਕਿਉਂਕਿ ਮੇਰਾ ਦਿਓਰ ਰੋਜ਼ ਰਾਤ ਨੂੰ ਮੇਰੇ ਕਮਰੇ ਵਿੱਚ ਆ ਕੇ ਸ਼ੋਰ ਮਚਾ ਦਿੰਦਾ ਕਿ ਭਾਬੀ ਤੁਹਾਡੇ ਕਮਰੇ ਵਿੱਚ ਚੂਹਾ ਆ ਗਿਆ ਹੈ, ਜਿਸ ਨੂੰ ਮੈਂ ਤਾਂ ਕਦੇ ਨਹੀਂ ਦੇਖਿਆ ਸੀ। ਪਰ ਦਿਓਰ ਦੇ ਕਹਿਣ ਤੇ ਮੈਂ ਡਰ ਕੇ ਕਮਰੇ ਤੋਂ ਬਾਹਰ ਭੱਜਦੀ ਸੀ, ਕਿਉਂਕਿ ਮੈਨੂੰ ਚੂਹੇ ਤੋਂ ਬਹੁਤ ਡਰ ਲੱਗਦਾ ਸੀ। ਇਸ ਲਈ ਮੈਂ ਜਿੱਥੇ ਵੀ ਚੂਹੇ ਨੂੰ ਦੇਖ ਲੈਂਦੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਸੀ। ਮੇਰੇ ਸ਼ੋਰ ਮਚਾਉਣ ਤੇ ਮੇਰਾ ਦਿਓਰ ਮੈਨੂੰ ਸਹਾਰਾ ਦਿੰਦਾ ਤੇ ਆਪਣੇ ਨਾਲ ਆਪਣੇ ਕਮਰੇ ਵਿੱਚ ਲੈ ਜਾਂਦਾ ਤੇ ਫਿਰ ਮੈਨੂੰ ਬੈੱਡ ਤੇ ਬਿਠਾ ਕੇ ਜੂਸ ਦਾ ਗਲਾਸ ਦਿੰਦਾ, ਜੋ ਪੀ ਕੇ ਮੈਨੂੰ ਸਕੂਨ ਦੀ ਨੀਂਦ ਆ ਜਾਂਦੀ ਤੇ ਉਹ ਉੱਥੇ ਮੇਰੇ ਕੋਲ ਬੈਠ ਕੇ ਮੈਨੂੰ ਲਿਟਾ ਕੇ ਸੁਲਾ ਦਿੰਦਾ ਸੀ। ਉਸ ਦਾ ਕਹਿਣਾ ਸੀ, ਮੈਂ ਬਿਲਕੁਲ ਉਸ ਦੀਆਂ ਭੈਣਾਂ ਵਰਗੀ ਹਾਂ। ਮੈਂ ਵੀ ਉਸ ਦੀ ਗੱਲ ਨੂੰ ਸੱਚ ਹੀ ਸਮਝਦੀ ਸੀ, ਪਰ ਹਕੀਕਤ ਬਹੁਤ ਹੀ ਭਿਆਨਕ ਸੀ ਜੋ ਜਲਦੀ ਸਾਹਮਣੇ ਆਉਣ ਵਾਲੀ ਸੀ। ਸਵੇਰੇ ਜਦੋਂ ਮੇਰੀ ਅੱਖ ਖੁੱਲਦੀ ਤਾਂ ਮੇਰੇ ਕੱਪੜਿਆਂ ਤੇ ਅਜੀਬ ਜਿਹੇ ਨਿਸ਼ਾਨ ਹੁੰਦੇ ਸੀ। ਮੈਂ ਹੈਰਾਨੀ ਵਿੱਚ ਡੁੱਬ ਜਾਂਦੀ ਸੀ। ਜਦੋਂ ਸੋਈ ਸੀ ਤਾਂ ਮੇਰੇ ਕੱਪੜੇ ਬਿਲਕੁਲ ਸਾਫ਼ ਸੀ ਤੇ ਜਦੋਂ ਮੈਂ ਉੱਠੀ ਤਾਂ ਮੇਰੇ ਕੱਪੜੇ ਇੰਨੇ ਨਿਸ਼ਾਨਾਂ ਨਾਲ ਕਿਵੇਂ ਭਰੇ ਹੋਏ ਨੇ। ਪਹਿਲਾਂ ਤਾਂ ਮੈਂ ਇੰਨਾ ਧਿਆਨ ਨਹੀਂ ਦਿੱਤਾ ਸੀ, ਪਰ ਜਦੋਂ ਮੈਂ ਆਪਣੇ ਜਿਸਮ ਤੇ ਹੋਣ ਵਾਲੇ ਅਜੀਬ ਜਿਹੇ ਬਦਲਾਵ ਨੂੰ ਮਹਿਸੂਸ ਕੀਤਾ ਤਾਂ ਮੈਨੂੰ ਦਿਓਰ ਤੇ ਸ਼ੱਕ ਹੋਣ ਲੱਗਿਆ ਸੀ। ਹੁਣ ਮੈਂ ਦਿਓਰ ਤੇ ਸ਼ੱਕ ਕਰਨ ਲੱਗੀ ਸੀ। ਹੁਣ ਉਹ ਜਦੋਂ ਵੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੈਂ ਅੱਗੇ ਤੋਂ ਚੁੱਪ ਕਰ ਜਾਂਦੀ ਤੇ ਉਸ ਦੀ ਕਿਸੇ ਗੱਲ ਦਾ ਜਵਾਬ ਨਾ ਦਿੰਦੀ। ਮੈਂ ਜਦੋਂ ਤੋਂ ਆਪਣੇ ਦਿਓਰ ਤੇ ਸ਼ੱਕ ਕਰਨਾ ਸ਼ੁਰੂ ਕੀਤਾ ਸੀ, ਉਦੋਂ ਤੋਂ ਮੇਰੇ ਸੁਭਾਅ ਵਿੱਚ ਉਸ ਲਈ ਖਿਚਾਵ ਜਿਹਾ ਪੈਦਾ ਹੋ ਗਿਆ ਸੀ। ਮੈਂ ਹਵੇਲੀ ਦੇ ਪਿਛਲੇ ਵਾਲੇ ਹਿੱਸੇ ਵਿੱਚ ਨੌਕਰਾਂ ਦੇ ਨਾਲ ਬੈਠੀ ਉੱਥੋਂ ਦੀ ਸਫਾਈ ਕਰਵਾ ਰਹੀ ਸੀ। ਨਾਲੋਂ ਨਾਲ ਮੈਂ ਉਸ ਵਾਕਿਆ ਤੇ ਵੀ ਗੌਰ ਕਰ ਰਹੀ ਸੀ ਜੋ ਅੱਜ-ਕੱਲ੍ਹ ਮੇਰੇ ਨਾਲ ਹੋ ਰਹੇ ਸੀ। ਮੇਰਾ ਦਿਓਰ ਮੈਨੂੰ ਪੁਕਾਰਦਾ ਅਚਾਨਕ ਮੇਰੇ ਕੋਲ ਆ ਗਿਆ। ਮੈਂ ਆਪਣੇ ਦਿਓਰ ਦੀ ਆਵਾਜ਼ ਤੇ ਚੌਂਕ ਕੇ ਸਿੱਧੀ ਹੋਈ ਸੀ। ਉਹ ਸ਼ਾਇਦ ਖੇਤਾਂ ਦੇ ਕੰਮ ਕਰਕੇ ਵਾਪਸ ਆਇਆ ਸੀ। ਉਸ ਦੇ ਕੱਪੜਿਆਂ ਤੇ ਮਿੱਟੀ ਦੇ ਨਿਸ਼ਾਨ ਸੀ। ਹਾਂ ਕਹੋ, ਕੁਝ ਕੰਮ ਸੀ? ਮੈਂ ਉਸ ਨੂੰ ਆਪਣੇ ਕੋਲ ਆਉਂਦਾ ਦੇਖ ਕੇ ਪੁੱਛਿਆ। ਹੁਣ ਉਸ ਨਾਲ ਗੱਲ ਕਰਦੇ ਹੀ ਮੇਰਾ ਲਹਿਜਾ ਖੁਦ ਬਦਲਣ ਲੱਗਿਆ ਸੀ। ਮੈਂ ਆਪਣੇ ਤਰਫ ਤੋਂ ਕੋਸ਼ਿਸ਼ ਕਰਦੀ ਸੀ ਕਿ ਮੇਰੇ ਦਿਲ ਦੀ ਅਜੀਬ ਹਾਲਤ ਦਿਓਰ ਨੂੰ ਬਿਆਨ ਹੋਵੇ ਤੇ ਉਹ ਮੇਰੇ ਤੋਂ ਦੂਰੀ ਰੱਖ ਲਏ, ਪਰ ਉਸ ਤੇ ਤਾਂ ਜਿਵੇਂ ਕੋਈ ਅਸਰ ਹੀ ਨਹੀਂ ਹੁੰਦਾ ਸੀ। ਦਿਓਰ ਨੇ ਆਉਂਦੇ ਹੀ ਕਿਹਾ ਕਿ ਮੈਂ ਰੋਜ਼ ਘਰ ਵਿੱਚ ਇਕੱਲੀ ਬੋਰ ਹੁੰਦੀ ਹਾਂ, ਇਸ ਲਈ ਅੱਜ ਉਹ ਜਲਦੀ ਆ ਗਿਆ ਹੈ ਤਾਂ ਕਿ ਕੁਝ ਚੰਗਾ ਸਮਾਂ ਗੁਜ਼ਾਰ ਸਕੇ। ਪਰ ਮੈਂ ਹੁਣ ਅਜਿਹਾ ਨਹੀਂ ਚਾਹੁੰਦੀ ਸੀ। ਜੇ ਉਹ ਸਭ ਨਾ ਹੋ ਰਿਹਾ ਹੁੰਦਾ ਤੇ ਮੈਂ ਦਿਓਰ ਤੇ ਸ਼ੱਕ ਨਾ ਕਰ ਰਹੀ ਹੁੰਦੀ ਤਾਂ ਮੈਂ ਉਸ ਦੀ ਗੱਲ ਸੁਣ ਕੇ ਖੁਸ਼ ਹੋ ਜਾਂਦੀ। ਪਰ ਇਸ ਸਮੇਂ ਤਾਂ ਮੈਨੂੰ ਦਿਓਰ ਤੋਂ ਡਰ ਮਹਿਸੂਸ ਹੋਇਆ ਸੀ। ਮੈਨੂੰ ਲੱਗ ਰਿਹਾ ਸੀ ਸ਼ਾਇਦ ਮੇਰਾ ਪਤੀ ਮੇਰੇ ਤੋਂ ਦੂਰ ਹੈ, ਇਸ ਲਈ ਮੇਰੇ ਨਾਲ ਰਹਿੰਦੇ ਹੋਏ ਦਿਓਰ ਮੇਰੇ ਵਿੱਚ ਦਿਲਚਸਪੀ ਲੈ ਰਿਹਾ ਹੈ। ਇਸ ਲਈ ਮੈਂ ਉਸ ਨੂੰ
ਰਸੋਈ ਦੀ ਸਫਾਈ ਕਰਾਉਣ ਦਾ ਬਹਾਨਾ ਕਰਕੇ ਟਾਲਣਾ ਚਾਹਿਆ ਤਾਂ ਮੈਂ ਜਲਦੀ ਉੱਠ ਕੇ ਖੜੀ ਹੋਈ ਤੇ ਰਸੋਈ ਵਿੱਚ ਆ ਗਈ। ਮੈਂ ਫਿਰ ਤੋਂ ਉਸੇ ਸੋਚ ਵਿੱਚ ਪੈ ਗਈ ਸੀ। ਹੁਣ ਮੇਰੇ ਦਿਲ ਵਿੱਚ ਉਸ ਚੂਹੇ ਬਾਰੇ ਜਾਣਨ ਦਾ ਇਰਾਦਾ ਹੋਰ ਵਧਣ ਲੱਗਿਆ ਸੀ, ਕਿਉਂਕਿ ਮੇਰੇ ਦਿਓਰ ਨੇ ਹੀ ਚੂਹਾ ਦੇਖਿਆ ਸੀ। ਮੈਂ ਅੱਜ ਤੱਕ ਆਪਣੇ ਕਮਰੇ ਵਿੱਚ ਕੋਈ ਚੂਹਾ ਨਹੀਂ ਦੇਖਿਆ ਸੀ। ਕਿਤੇ ਉਹ ਝੂਠ ਤਾਂ ਨਹੀਂ ਬੋਲ ਰਿਹਾ ਸੀ, ਪਰ ਉਹ ਅਜਿਹਾ ਕਿਉਂ ਕਰੇਗਾ? ਹੁਣ ਮੈਂ ਦਿਲ ਵਿੱਚ ਠਾਣ ਲਿਆ ਸੀ ਕਿ ਮੈਂ ਇਸ ਚੂਹੇ ਦਾ ਰਾਜ਼ ਜਾਣ ਕੇ ਰਹੂੰਗੀ, ਕਿਉਂਕਿ ਦਿਓਰ ਚੂਹੇ ਦਾ ਬਹਾਨਾ ਬਣਾ ਕੇ ਕਿਤੇ ਮੈਨੂੰ ਆਪਣੇ ਕਮਰੇ ਵਿੱਚ ਸੁਲਾਉਂਦਾ ਤਾਂ ਨਹੀਂ। ਤੇ ਸਵੇਰੇ ਉਹ ਅਜੀਬ ਜਿਹੇ ਦਾਗ ਮੇਰੇ ਕੱਪੜਿਆਂ ਤੇ ਲੱਗੇ ਹੁੰਦੇ ਸੀ। ਹੁਣ ਮੈਂ ਸੋਚਦੀ ਸੀ ਕਿ ਆਪਣਾ ਡਰ ਖਤਮ ਕਰਕੇ ਉਸ ਚੂਹੇ ਨੂੰ ਇੱਕ ਵਾਰ ਵਿੱਚ ਹੀ ਮਾਰ ਦੇਵਾਂ, ਤਾਂ ਕਿ ਇਹ ਕਿੱਸਾ ਹੀ ਖਤਮ ਹੋ ਜਾਵੇ ਤੇ ਮੇਰਾ ਡਰ ਵੀ ਖਤਮ ਹੋ ਜਾਵੇਗਾ ਤੇ ਮੈਨੂੰ ਰੋਜ਼-ਰੋਜ਼ ਦਿਓਰ ਦੇ ਕਮਰੇ ਵਿੱਚ ਜਾ ਕੇ ਸੌਣਾ ਹੀ ਨਹੀਂ ਪਵੇਗਾ। ਪਰ ਇਹ ਸਭ ਸੋਚਣਾ ਜਿੰਨਾ ਆਸਾਨ ਸੀ, ਕਰਨਾ ਉਨਾ ਹੀ ਮੁਸ਼ਕਿਲ ਸੀ। ਮੈਂ ਡਰਦੀ ਹੋਈ ਹੱਥ ਵਿੱਚ ਡੰਡਾ ਲੈ ਕੇ ਆਪਣੇ ਕਮਰੇ ਵੱਲ ਵੱਧ ਗਈ। ਹੁਣੇ ਕਮਰੇ ਦੇ ਦਰਵਾਜ਼ੇ ਦੇ ਕੋਲ ਵੀ ਨਹੀਂ ਪਹੁੰਚੀ ਸੀ ਕਿ ਪਿੱਛੇ ਹੀ ਮੇਰੇ ਦੇਵਰ ਦੀ ਆਵਾਜ਼ ਤੇ ਮੈਨੂੰ ਰੁਕਣਾ ਪਿਆ। ਭਾਬੀ, ਇਹ ਕੀ ਕਰ ਰਹੀ ਹੈ ਤੂੰ? ਮੇਰੇ ਹੱਥ ਵਿੱਚ ਡੰਡਾ ਦੇਖ ਕੇ ਮੇਰਾ ਦਿਓਰ ਭੱਜਦਾ ਮੇਰੇ ਕੋਲ ਆਇਆ ਸੀ। ਮੈਂ ਉਸ ਨੂੰ ਕਿਹਾ ਕਿ ਦਿਓਰ ਜੀ, ਅਸਲ ਵਿੱਚ ਅੱਜ ਮੈਂ ਹਿੰਮਤ ਕਰਕੇ ਚੂਹੇ ਨੂੰ ਮਾਰਨ ਜਾ ਰਹੀ ਹਾਂ। ਉਸ ਨਾਲ ਮੇਰਾ ਵੀ ਡਰ ਖਤਮ ਹੋ ਜਾਵੇਗਾ ਤੇ ਤੁਹਾਨੂੰ ਵੀ ਮੇਰੀ ਵਜ੍ਹਾ ਨਾਲ ਰੋਜ਼-ਰੋਜ਼ ਜੋ ਪਰੇਸ਼ਾਨੀ ਹੁੰਦੀ ਹੈ ਉਹ ਵੀ ਨਹੀਂ ਹੋਇਆ ਕਰੇਗੀ। ਮੇਰੀ ਗੱਲ ਸੁਣ ਕੇ ਦਿਓਰ ਦਾ ਰੰਗ ਉੱਡ ਗਿਆ। ਮੈਂ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਅੰਦਾਜ਼ ਮਹਿਸੂਸ ਕੀਤਾ ਸੀ। ਨਹੀਂ ਭਾਬੀ, ਇਹ ਕੀ ਕਰ ਰਹੀ ਹੈ? ਤੁਸੀਂ ਸ਼ਾਇਦ ਜਾਣਦੇ ਨਹੀਂ ਹੋ ਇੱਥੇ ਦੇ ਚੂਹੇ ਕਿਸ ਕਦਰ ਖਤਰਨਾਕ ਹੁੰਦੇ ਹਨ। ਤੁਸੀਂ ਰਹਿਣ ਦਿਓ, ਮੈਂ ਦੇਖ ਲੈਂਦਾ ਹਾਂ ਉਸ ਨੂੰ। ਮੇਰੇ ਦਿਓਰ ਨੇ ਜਲਦੀ ਮੈਨੂੰ ਦੇਖ ਕੇ ਮੇਰੇ ਹੱਥ ਤੋਂ ਖੁਦ ਡੰਡਾ ਲੈਣਾ ਚਾਹਿਆ। ਮੈਂ ਦਿਓਰ ਦੀ ਚਾਲ ਸਮਝ ਕੇ ਤੁਰੰਤ ਆਪਣਾ ਹੱਥ ਪਿੱਛੇ ਕਰ ਲਿਆ। ਦਿਓਰ ਜੀ, ਤੁਸੀਂ ਪਰੇਸ਼ਾਨ ਨਾ ਹੋ, ਮੈਂ ਉਸ ਨੂੰ ਮਾਰ ਦਊਂਗੀ। ਕਦੇ ਨਾ ਕਦੇ ਤਾਂ ਮੈਨੂੰ ਹਿੰਮਤ ਕਰਨੀ ਹੀ ਹੈ, ਤਾਂ ਅੱਜ ਹੀ ਕਿਉਂ ਨਹੀਂ? ਇਸ ਲਈ ਮੈਂ ਉਸ ਨੂੰ ਖੁਦ ਮਾਰ ਦਊਂਗੀ। ਦਿਓਰ ਦੇ ਮਨਾ ਕਰਨ ਦੇ ਬਾਵਜੂਦ ਮੈਂ ਉਸ ਦੀ ਇੱਕ ਨਾ ਸੁਣੀ ਤੇ ਡੰਡਾ ਲੈ ਕੇ ਅੰਦਰ ਵੱਧ ਗਈ ਤੇ ਦਿਓਰ ਉੱਥੋਂ ਪਲਟ ਗਿਆ। ਮੈਂ ਬੈਠ ਕੇ ਨੀਚੇ ਦੇਖਿਆ ਤਾਂ ਸਾਹਮਣੇ ਇੱਕ ਮੋਟਾ ਜਿਹਾ ਚੂਹਾ ਬੈਠਿਆ ਹੋਇਆ ਸੀ। ਉਸ ਨੂੰ ਦੇਖ ਕੇ ਮੇਰੀ ਸਾਰੀ ਬਹਾਦਰੀ ਭੱਜ ਗਈ ਸੀ। ਡਰ ਦੀ ਵਜ੍ਹਾ ਨਾਲ ਮੇਰੇ ਮੂੰਹ ਤੋਂ ਚੀਕ ਨਿਕਲ ਗਈ। ਮੇਰਾ ਦਿਓਰ ਭੱਜਦਾ ਹੋਇਆ ਕਮਰੇ ਵਿੱਚ ਆਇਆ ਤੇ ਮੈਨੂੰ ਆਪਣੇ ਨਾਲ ਲੈ ਗਿਆ। ਮੈਂ ਚੂਹੇ ਨੂੰ ਦੇਖ ਕੇ ਇਸ ਕਦਰ ਡਰ ਗਈ ਸੀ ਕਿ ਆਪਣੇ ਦਿਲ ਨੂੰ ਮਨਾ ਵੀ ਨਾ ਕਰ ਪਾਈ ਸੀ। ਦਿਓਰ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਤੇ ਇੱਕ ਜੂਸ ਦਾ ਗਿਲਾਸ ਮੇਰੇ ਵੱਲ ਵਧਾ ਦਿੱਤਾ, ਜਿਸ ਨੂੰ ਮੈਂ ਖਾਮੋਸ਼ੀ ਨਾਲ ਆਪਣੇ ਹੱਥ ਵਿੱਚ ਲੈ ਕੇ ਪੀ ਲਿਆ ਤੇ ਫਿਰ ਰੋਜ਼ ਦੀ ਤਰ੍ਹਾਂ ਮੇਰੀ ਅੱਖ ਤੁਰੰਤ ਬੰਦ ਹੋ ਗਈ। ਕੁਝ ਖਬਰ ਨਾ ਹੋਈ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਫਿਰ ਤੋਂ ਮੇਰੇ ਕੱਪੜਿਆਂ ਤੇ ਉਹੀ ਅਜੀਬ ਜਿਹੇ ਨਿਸ਼ਾਨ ਸੀ। ਮੈਂ ਫਿਰ ਤੋਂ ਸੋਚ ਵਿੱਚ ਪੈ ਗਈ ਕਿ ਚਲੋ ਨੀਂਦ ਤਾਂ ਡਰ ਦੀ ਵਜ੍ਹਾ ਨਾਲ ਆ ਜਾਂਦੀ ਹੈ, ਪਰ ਇਹ ਨਿਸ਼ਾਨ ਇਹ ਕਿੱਥੋਂ ਤੇ ਕਿਵੇਂ ਆ ਜਾਂਦੇ ਹਨ? ਆਖਰ ਇਹ ਕੀ ਰਾਜ਼ ਹੈ ਇਸ ਸਭ ਦੇ ਪਿੱਛੇ? ਮੈਂ ਸੋਚ ਲਿਆ ਸੀ ਹੁਣ ਕੋਈ ਨਾ ਕੋਈ ਤਰਕੀਬ ਕਰਕੇ ਮੈਂ ਉਹਨਾਂ ਨਿਸ਼ਾਨਾਂ ਦਾ ਸੱਚ ਜਾਣ ਕੇ ਹੀ ਰਹੂੰਗੀ, ਕਿਉਂਕਿ ਜੋ ਵਾਕਿਆ ਮੇਰੇ ਕਮਰੇ ਦੇ ਵਿੱਚ ਹੁੰਦਾ ਸੀ ਇਹ ਰਾਤ ਨੂੰ ਮੈਨੂੰ ਪਤਾ ਚੱਲ ਚੁੱਕਿਆ ਸੀ, ਕਿਉਂਕਿ ਮੈਂ ਉਸ ਨੂੰ ਆਪਣੀ ਅੱਖਾਂ ਨਾਲ ਜੋ ਦੇਖਿਆ ਸੀ। ਦਿਨ ਵੈਸੇ ਹੀ ਗੁਜ਼ਰ ਰਹੇ ਸੀ ਜਦੋਂ ਸ਼ਾਮ ਨੂੰ ਦਿਓਰ ਮੁਸਕਰਾਉਂਦਾ ਹੋਇਆ ਆਇਆ ਤੇ ਬੋਲਿਆ, ਦੇਖ ਭਾਬੀ, ਮੈਂ ਤੁਹਾਡੇ ਲਈ ਇਹ ਤਾਜ਼ਾ ਫਲ ਤੇ ਸਬਜ਼ੀਆਂ ਲਿਆਇਆ ਹਾਂ, ਉਹਨਾਂ ਨੂੰ ਖਾ ਕੇ ਸਿਹਤ ਬਣਾਓ। ਇਹ ਨਾ ਹੋਵੇ ਕੱਲ ਨੂੰ ਜਦੋਂ ਮੇਰਾ ਭਰਾ ਆਵੇ ਤਾਂ ਤੁਹਾਨੂੰ ਦੇਖ ਕੇ ਕਹੇ ਕਿ ਮੈਂ ਤੁਹਾਡਾ ਖਿਆਲ ਨਹੀਂ ਰੱਖਦਾ, ਇਸ ਲਈ ਤੁਸੀਂ ਕਮਜ਼ੋਰ ਹੁੰਦੇ ਜਾ ਰਹੇ ਹੋ। ਉਸਨੇ ਮੇਰੇ ਕੋਲ ਆਉਂਦੇ ਹੋਏ ਕਿਹਾ ਤੇ ਨਾਲ ਹੀ ਮੇਰੀ ਫਿਕਰ ਵੀ ਜ਼ਾਹਿਰ ਕੀਤੀ। ਤਾਂ ਮੈਂ ਉਸਦੇ ਇਸ ਕਦਰ ਪਿਆਰ ਤੇ ਮੁਹੱਬਤ ਤੇ ਸ਼ਰਮਿੰਦੀ ਜਿਹੀ ਹੋਈ ਤੇ ਸੋਚਣ ਲੱਗੀ ਕਿ ਮੈਂ ਐਵੇਂ ਹੀ ਇਸ ਤੇ ਸ਼ੱਕ ਕਰ ਰਹੀ ਹਾਂ, ਸ਼ਾਇਦ ਦਿਓਰ ਮੇਰੇ ਨਾਲ ਕੁਝ ਗਲਤ ਕਰਦਾ ਹੀ ਨਾ ਹੋਵੇ, ਇਹ ਸਭ ਮੇਰਾ ਵਹਿਮ ਹੀ ਹੋਵੇ। ਮੈਂ ਉਸ ਨੂੰ ਦੇਖ ਕੇ ਸੋਚ ਰਹੀ ਸੀ। ਮੇਰੀ ਸੋਚ ਦਾ ਰੁਖ ਹੁਣ ਬਦਲ ਚੁੱਕਿਆ ਸੀ। ਹੁਣ ਮੈਨੂੰ ਆਪਣਾ ਦਿਓਰ ਸਹੀ ਲੱਗਣ ਲੱਗਿਆ ਸੀ। ਜੇ ਉਹ ਗਲਤ ਹੁੰਦਾ ਜਾਂ ਉਸਦੇ ਦਿਲ ਵਿੱਚ ਮੇਰੇ ਲਈ ਕੋਈ ਮੈਲ ਹੁੰਦਾ ਤਾਂ ਉਹ ਮੇਰੀ ਇੰਨੀ ਫਿਕਰ ਨਾ ਕਰਦਾ, ਬਲਕਿ ਮੇਰੇ ਤੋਂ ਹੋਰ ਵੀ ਚਿੜਚਿੜਾ ਰਹਿੰਦਾ ਤੇ ਰਾਤ ਦੀਆਂ ਉਹ ਅਜੀਬ ਹਰਕਤਾਂ ਸਭ ਮੇਰੇ ਦਿਮਾਗ ਦਾ ਫਿਤੂਰ ਸੀ। ਸ਼ਾਇਦ ਉਹ ਤਾਂ ਸੱਚ ਵਿੱਚ ਮੇਰਾ ਖਿਆਲ ਆਪਣੀਆਂ ਭੈਣਾਂ ਦੀ ਤਰ੍ਹਾਂ ਹੀ ਰੱਖਦਾ ਸੀ, ਪਰ ਮੈਂ ਅਣਜਾਣ ਸੀ ਕਿ ਜਲਦੀ ਹੀ ਦਿਓਰ ਦਾ ਅਜਿਹਾ ਭਿਆਨਕ ਰੂਪ ਮੇਰੇ ਸਾਹਮਣੇ ਆਉਣ ਵਾਲਾ ਹੈ ਜਿਸ ਨੂੰ ਦੇਖ ਕੇ ਰੂਹ ਕੰਬ ਉੱਠੇਗੀ। ਮੈਂ ਉਸ ਨੂੰ ਦੇਖ ਕੇ ਲਗਾਤਾਰ ਸੋਚਦੀ ਜਾ ਰਹੀ ਸੀ। ਆਉਣ ਵਾਲੇ ਸਮੇਂ ਤੋਂ ਅਣਜਾਣ ਮੈਨੂੰ ਆਪਣੀ ਗਲਤ ਸੋਚ ਤੇ ਸ਼ਰਮਿੰਦਗੀ ਹੋ ਰਹੀ ਸੀ, ਕਿਉਂਕਿ ਮੇਰਾ ਪਤੀ ਤਾਂ ਸਾਲ ਵਿੱਚ ਇੱਕ ਵਾਰ ਚੱਕਰ ਲਗਾ ਜਾਂਦਾ ਸੀ ਤੇ ਉਸਦੇ ਜਾਣ ਤੋਂ ਬਾਅਦ ਮੇਰਾ ਦਿਓਰ ਹੀ ਤਾਂ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਹੁੰਦਾ ਸੀ। ਮੈਂ ਆਪਣੀ ਸੋਚ ਵਿੱਚ ਹੀ ਕਿਤੇ ਦੂਰ ਨਿਕਲ ਚੁੱਕੀ ਸੀ। ਭਾਬੀ, ਕੀ ਗੱਲ ਹੈ? ਤੁਸੀਂ ਇੰਨੇ ਖਾਮੋਸ਼ ਕਿਉਂ ਹੋ? ਕੋਈ ਗੱਲ ਹੈ ਤਾਂ ਮੈਨੂੰ ਦੱਸੋ, ਕੀ ਪਤਾ ਮੈਂ ਇਸ ਦਾ ਹੱਲ ਕਰ ਸਕਾਂ। ਮੈਨੂੰ ਗਹਿਰੀ ਸੋਚ ਵਿੱਚ ਡੁੱਬਿਆ ਦੇਖ ਕੇ ਮੇਰੇ ਦਿਓਰ ਨੇ ਮੈਨੂੰ ਪੁਕਾਰਿਆ, ਨਹੀਂ ਨਹੀਂ, ਅਜੇ ਤਾਂ ਕੋਈ ਗੱਲ ਨਹੀਂ ਹੈ, ਤੂੰ ਪਰੇਸ਼ਾਨ ਨਾ ਹੋ, ਬਸ ਐਵੇਂ ਹੀ ਮੈਨੂੰ ਆਦਤ ਹੈ ਬੈਠੇ ਬੈਠੇ ਸੋਚਦੇ ਰਹਿਣ ਦੀ। ਤੂੰ ਫਲ ਵਾਕਿਆ ਬਹੁਤ ਚੰਗੇ ਲਿਆਇਆ ਹੈ, ਧੰਨਵਾਦ ਇਹਨਾਂ ਲਈ।
ਮੈਂ ਦਿਓਰ ਵੱਲ ਦੇਖ ਕੇ ਕਿਹਾ, ਜਿਸ ਤੇ ਉਹ ਖੁਸ਼ ਹੁੰਦਾ ਉੱਠ ਕੇ ਬਾਹਰ ਨਿਕਲ ਗਿਆ। ਮੈਂ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ। ਮੇਰਾ ਇਰਾਦਾ ਆਰਾਮ ਕਰਨ ਦਾ ਸੀ। ਕੱਲ ਮੇਰੇ ਪਤੀ ਨੇ ਆਉਣਾ ਸੀ, ਇਸ ਲਈ ਮੈਂ ਆਪਣੀ ਨੀਂਦ ਪੂਰੀ ਕਰਨਾ ਚਾਹੁੰਦੀ ਸੀ, ਕਿਉਂਕਿ ਉਹ ਜਦੋਂ ਵੀ ਆਉਂਦੇ ਸੀ ਮੈਨੂੰ ਪਿੰਡ ਵਿੱਚ ਘੁਮਾਉਣ ਲੈ ਜਾਂਦੇ ਸੀ ਤੇ ਬਹੁਤ ਸਾਰੀ ਸ਼ੋਪਿੰਗ ਕਰਵਾਉਂਦੇ, ਜਿਸ ਦੀ ਵਜ੍ਹਾ ਨਾਲ ਮੈਂ ਬਹੁਤ ਥੱਕ ਜਾਂਦੀ ਸੀ। ਅਗਲੇ ਦਿਨ ਮੇਰੇ ਪਤੀ 1 ਮਹੀਨੇ ਦੀ ਛੁੱਟੀ ਤੇ ਰਹਿਣ ਆ ਗਏ ਸੀ। ਮੈਂ ਉਹਨਾਂ ਦੇ ਆਉਣ ਤੋਂ ਬਾਅਦ ਚੂਹੇ ਵਾਲੀ ਪਰੇਸ਼ਾਨੀ ਤੋਂ ਆਜ਼ਾਦ ਹੋ ਗਈ ਸੀ। ਉਹ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦੇ ਸੀ। ਪਰ ਅਜੀਬ ਗੱਲ ਇਹ ਸੀ ਕਿ ਮੇਰੇ ਪਤੀ ਦੇ ਆਉਂਦੇ ਹੀ ਲੋਕਾਂ ਨੇ ਮੇਰੇ ਤੇ ਦਿਓਰ ਦੇ ਰਿਸ਼ਤੇ ਬਾਰੇ ਗਲਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ, ਜਿਸ ਨੂੰ ਸੁਣ ਕੇ ਮੈਂ ਬਹੁਤ ਹੈਰਾਨ ਹੋਈ ਸੀ ਕਿ ਜਦੋਂ ਮੇਰੇ ਪਤੀ ਇੱਥੇ ਨਹੀਂ ਸੀ ਤਾਂ ਕਿਸੇ ਨੇ ਵੀ ਆ ਕੇ ਹਾਲ ਤੱਕ ਨਹੀਂ ਪੁੱਛਿਆ ਸੀ, ਤੇ ਹੁਣ ਉਹਨਾਂ ਦੇ ਆਉਂਦੇ ਹੀ ਸਭ ਨੇ ਮੇਰੇ ਤੇ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਇਹ ਸਭ ਗੱਲਾਂ ਮੈਨੂੰ ਪਤੀ ਨੇ ਦੱਸੀਆਂ ਸੀ ਕਿ ਪਿੰਡ ਵਿੱਚ ਮੇਰੇ ਤੇ ਦਿਓਰ ਦੇ ਬਾਰੇ ਵਿੱਚ ਕੀ ਗੱਲ ਹੋ ਰਹੀ ਹੈ। ਇਹ ਸਭ ਸੁਣ ਕੇ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ, ਕਿਉਂਕਿ ਮੇਰਾ ਉੱਪਰ ਵਾਲਾ ਜਾਣਦਾ ਸੀ ਮੈਂ ਤਾਂ ਆਪਣੇ ਦਿਓਰ ਨੂੰ ਆਪਣਾ ਭਰਾ ਹੀ ਸਮਝਦੀ ਸੀ। ਪਤੀ ਨੇ ਮੈਨੂੰ ਸਮਝਾਇਆ ਵੀ ਸੀ ਕਿ ਤੂੰ ਕਿਉਂ ਪਰੇਸ਼ਾਨ ਹੁੰਦੀ ਹੈ, ਮੈਂ ਜਾਣਦਾ ਹਾਂ ਤੂੰ ਅਜੇ ਹੀ ਨਹੀਂ ਹੈ। ਇਹ ਪਿੰਡ ਦੇ ਲੋਕ ਤਾਂ ਜਲਦੇ ਹਨ, ਅਸਲ ਵਿੱਚ ਉਹ ਸਾਰੇ ਅਨਪੜ੍ਹ ਹਨ ਤੇ ਇੱਕ ਮੁੰਡੇ ਤੇ ਇੱਕ ਕੁੜੀ ਨੂੰ ਇਕੱਲੇ ਨਾਲ ਰਹਿੰਦੇ ਹੋਏ ਇਹ ਲੋਕ ਅੱਜ ਵੀ ਆਪਣੀ ਸੋਚ ਦੇ ਮੁਤਾਬਿਕ ਉਹੀ ਸਭ ਸੋਚਦੇ ਹਨ ਜੋ ਪਹਿਲਾਂ ਲੋਕ ਸੋਚਦੇ ਆਏ ਸੀ। ਮੇਰਾ ਭਰਾ ਤੈਨੂੰ ਭੈਣ ਮੰਨਦਾ ਹੈ, ਜਦੋਂ ਕਿ ਤੂੰ ਉਸ ਨੂੰ ਭਾਈ ਮੰਨਦੀ ਹੈ, ਤਾਂ ਸਾਨੂੰ ਲੋਕਾਂ ਦੀਆਂ ਗੱਲਾਂ ਤੋਂ ਕੀ ਲੈਣਾ ਹੈ। ਤੂੰ ਉਹਨਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਗਾ। ਦਿਲ ਤੇ ਗੱਲ ਲੈਣ ਨਾਲ ਤੇਰੀ ਤਬੀਅਤ ਖਰਾਬ ਹੋ ਜਾਵੇਗੀ, ਜੋ ਕਿ ਮੈਂ ਨਹੀਂ ਚਾਹੁੰਦਾ। ਅਸਲ ਵਿੱਚ ਮੇਰਾ ਪਤੀ ਚਾਹੁੰਦਾ ਸੀ ਕਿ ਸਾਡੇ ਵਿੱਚ ਔਲਾਦ ਆ ਜਾਵੇ, ਉਸ ਨਾਲ ਮੇਰਾ ਦਿਲ ਵੀ ਬਹਿਲ ਜਾਇਆ ਕਰੇਗਾ ਤੇ ਫਿਰ ਸ਼ਾਇਦ ਉਹ ਮੈਨੂੰ ਆਪਣੇ ਨਾਲ ਲੈ ਜਾਣਗੇ ਜਾਂ ਖੁਦ ਵਾਪਸ ਆ ਜਾਣਗੇ, ਤੇ ਉਸ ਦੇ ਲਈ ਮੇਰਾ ਸਿਹਤਮੰਦ ਰਹਿਣਾ ਜ਼ਰੂਰੀ ਸੀ। ਪਰ ਉਹ ਨਹੀਂ ਜਾਣਦੇ ਸੀ ਕਿ ਉਸ ਦੇ ਪਿੱਛੇ ਕੀ ਹੁੰਦਾ ਰਿਹਾ ਹੈ, ਜਿਸ ਨੂੰ ਮੈਂ ਚਾਹ ਕੇ ਵੀ ਨਾ ਸੋਚਣਾ ਚਾਹਾਂ ਤਾਂ ਵੀ ਮੇਰੇ ਸੋਚਾਂ ਦਾ ਦੁੱਖ ਦਿਓਰ ਦੀ ਅਜੀਬ ਹਰਕਤਾਂ ਤੇ ਚਲਾ ਜਾਂਦਾ ਹੈ। ਅੱਜ ਉਹਨਾਂ ਨੂੰ ਘਰ ਆਏ ਬਹੁਤ ਦਿਨ ਹੋ ਗਏ ਸੀ। ਕਿਸੇ ਔਰਤ ਨੇ ਉਹਨਾਂ ਨੂੰ ਮੇਰੇ ਬਾਰੇ ਵਿੱਚ ਗਲਤ ਗੱਲ ਕਰ ਦਿੱਤੀ ਸੀ, ਜਿਸ ਦੀ ਵਜ੍ਹਾ ਨਾਲ ਉਹਨਾਂ ਦਾ ਵਰਤਾਅ ਕੁਝ ਉਖੜਿਆ ਜਿਹਾ ਸੀ। ਮੈਂ ਉਹਨਾਂ ਨੂੰ ਪਿਆਰ ਨਾਲ ਬੈਠ ਕੇ ਸਮਝਾਇਆ ਕਿ ਤੁਸੀਂ ਪਰੇਸ਼ਾਨ ਨਾ ਹੋ, ਲੋਕ ਐਵੇਂ ਹੀ ਕਹਿ ਰਹੇ ਹਨ। ਕੁਝ ਦਿਨ ਪਹਿਲਾਂ ਤੁਸੀਂ ਮੈਨੂੰ ਸਮਝਾ ਰਹੇ ਸੀ ਤੇ ਹੁਣ ਤੁਸੀਂ ਖੁਦ ਪਰੇਸ਼ਾਨ ਹੋ। ਤੁਹਾਡੇ ਜਾਣ ਤੋਂ ਬਾਅਦ ਘਰ ਦਾ ਸਮਝਦਾਰ ਮਰਦ ਤੁਹਾਡਾ ਛੋਟਾ ਭਾਈ ਹੀ ਤਾਂ ਹੈ, ਤੇ ਉਹ ਮੇਰਾ ਖਿਆਲ ਬਿਲਕੁਲ ਆਪਣੀਆਂ ਭੈਣਾਂ ਦੀ ਤਰ੍ਹਾਂ ਰੱਖਦਾ ਹੈ। ਮੈਂ ਤਾਂ ਪਤੀ ਦੇ ਦਿਲ ਵਿੱਚੋਂ ਵਹਿਮ ਕਰਨ ਲਈ ਕਿਹਾ ਸੀ, ਪਰ ਇੱਥੇ ਮਾਮਲਾ ਹੀ ਉਲਟ ਹੋ ਗਿਆ ਸੀ। ਮੇਰੇ ਪਤੀ ਕਹਿਣ ਲੱਗੇ ਮੇਰੇ ਤੋਂ ਜ਼ਿਆਦਾ ਤੂੰ ਇਸ ਪਿੰਡ ਦੇ ਲੋਕਾਂ ਨੂੰ ਨਹੀਂ ਜਾਣਦੀ, ਇਸ ਲਈ ਕੁਝ ਦੇਰ ਖਾਮੋਸ਼ ਰਹੀ। ਮੈਂ ਸ਼ੱਕ ਨਹੀਂ ਕਰ ਰਿਹਾ, ਪਰ ਰਹੀ ਗੱਲ ਮੇਰੇ ਭਰਾ ਦੀ, ਤਾਂ ਮੈਂ ਉਸ ਨੂੰ ਤੇਰੇ ਤੋਂ ਜ਼ਿਆਦਾ ਜਾਣਦਾ ਹਾਂ। ਤੂੰ ਉਸ ਦੀ ਇੰਨੀ ਤਰਫਦਾਰੀ ਨਾ ਕਰ, ਉਹ ਇੰਨਾ ਵੀ ਚੰਗਾ ਨਹੀਂ ਹੈ ਜਿੰਨਾ ਤੂੰ ਉਸ ਨੂੰ ਸਮਝ ਰਹੀ ਹੈ। ਮੇਰੇ ਪਤੀ ਨੇ ਮੈਨੂੰ ਆਪਣੇ ਦਿਓਰ ਦੇ ਹੱਕ ਵਿੱਚ ਬੋਲਦੇ ਦੇਖ ਗੁੱਸੇ ਨਾਲ ਕਿਹਾ, ਤਾਂ ਮੈਂ ਹੈਰਾਨੀ ਨਾਲ ਆਪਣੇ ਪਤੀ ਵੱਲ ਦੇਖਿਆ ਕਿ ਉਹਨਾਂ ਨੂੰ ਵੀ ਆਪਣੇ ਭਰਾ ਤੇ ਸ਼ੱਕ ਸੀ। ਪਰ ਕਿਉਂ? ਮੇਰੇ ਦਿਮਾਗ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਜੇ ਮੇਰੇ ਪਤੀ ਨੂੰ ਇਸ ਤੇ ਭਰੋਸਾ ਨਹੀਂ ਸੀ ਤਾਂ ਮੈਨੂੰ ਵੀ ਇਸ ਤੋਂ ਸਾਵਧਾਨੀ ਰੱਖਣੀ ਚਾਹੀਦੀ ਸੀ। ਮੈਂ ਤਾਂ ਆਪਣੇ ਪਤੀ ਨੂੰ ਉਹ ਚੂਹੇ ਵਾਲੀ ਗੱਲ ਵੀ ਨਹੀਂ ਦੱਸੀ ਸੀ, ਤੇ ਹੁਣ ਉਹਨਾਂ ਦਾ ਅਜਿਹਾ ਰਵੱਈਆ ਦੇਖ ਕੇ ਜੇ ਮੈਂ ਉਹਨਾਂ ਨੂੰ ਅੱਜ ਗੱਲ ਦੱਸ ਦਿੰਦੀ ਤਾਂ ਸ਼ਾਇਦ ਉਹ ਗੁੱਸੇ ਵਿੱਚ ਮੈਨੂੰ ਤਲਾਕ ਦੇ ਦਿੰਦੇ। ਮੈਂ ਆਪਣੀ ਸੋਚ ਨੂੰ ਝਟਕਿਆ ਸੀ ਤੇ ਉਸ ਸਮੇਂ ਖਾਮੋਸ਼ ਰਹੀ। ਬਹੁਤ ਸੋਚਣ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਂ ਪਤੀ ਨੂੰ ਚੂਹੇ ਦੇ ਰਾਜ਼ ਬਾਰੇ ਦੱਸ ਦੇਵਾਂ, ਤਾਂ ਕਿ ਜੇ ਕਦੇ ਕਿਸੇ ਦੇ ਮੂੰਹ ਤੋਂ ਇਹ ਗੱਲ ਨਿਕਲੀ ਵੀ ਤਾਂ ਪਤੀ ਮੈਨੂੰ ਝੂਠਾ ਨਾ ਸਮਝੇ। ਮੈਂ ਰਾਤ ਹੀ ਉਹਨਾਂ ਨੂੰ ਸਭ ਦੱਸ ਦਿੱਤਾ ਸੀ। ਉਸ ਸਮੇਂ ਉਹ ਖਾਮੋਸ਼ ਰਹੇ, ਪਰ ਅਗਲੇ ਦਿਨ ਉਹਨਾਂ ਨੂੰ ਇਸ ਗੱਲ ਤੇ ਗੁੱਸਾ ਆ ਗਿਆ ਤੇ ਉਹ ਰਾਤ ਵਾਲੀ ਗੱਲ ਨੂੰ ਵਿੱਚ ਲੈ ਆਏ। ਜੋ ਤੂੰ ਦੱਸ ਰਹੀ ਸੀ ਕਿ ਤੇਰੇ ਕਮਰੇ ਵਿੱਚ ਚੂਹਾ ਆ ਜਾਂਦਾ ਸੀ, ਉਸ ਸਮੇਂ ਉਹ ਤੈਨੂੰ ਆਪਣੇ ਕਮਰੇ ਵਿੱਚ ਲੈ ਜਾਂਦਾ ਸੀ ਤੇ ਜੂਸ ਦਿੰਦਾ ਸੀ। ਕੀ ਤੂੰ ਕਦੇ ਉਹ ਚੂਹਾ ਆਪਣੀ ਅੱਖਾਂ ਨਾਲ ਦੇਖਿਆ ਸੀ? ਮੇਰਾ ਪਤੀ ਗਹਿਰੀ ਸੋਚ ਵਿੱਚ ਡੁੱਬਿਆ ਮੈਨੂੰ ਸਵਾਲ ਕਰਦਾ ਹੋਇਆ ਖਿੜਕੀ ਦੇ ਕੋਲ ਜਾ ਕੇ ਖੜਾ ਹੋ ਗਿਆ ਸੀ। ਮੈਂ ਵੀ ਚਲਦੀ ਹੋਈ ਉਹਨਾਂ ਦੇ ਪਿੱਛੇ ਜਾ ਕੇ ਖੜੀ ਹੋ ਗਈ। ਜੀ ਤੁਹਾਡੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਮੈਂ ਉਸ ਚੂਹੇ ਨੂੰ ਫੜਨ ਦਾ ਪਲਾਨ ਬਣਾਇਆ, ਤਾਂ ਚੂਹੇ ਨੂੰ ਆਪਣੇ ਕਮਰੇ ਵਿੱਚ ਬੈੱਡ ਦੇ ਨੀਚੇ ਦੇਖਿਆ ਸੀ, ਪਰ ਉਸ ਨੂੰ ਮਾਰ ਨਹੀਂ ਸਕੀ ਸੀ। ਮੈਂ ਪਤੀ ਨੂੰ ਦੇਖ ਕੇ ਦਿਲ ਵਿੱਚ ਆਪਣੇ ਰੱਬ ਤੋਂ ਖੁਦ ਦੇ ਚੰਗੇ ਦੀ ਦੁਆ ਮੰਗਦੇ ਹੋਏ ਦੱਸਿਆ ਸੀ। ਮੇਰੀ ਗੱਲ ਸੁਣ ਕੇ ਪਤੀ ਖਿੜਕੀ ਤੋਂ ਦੂਰ ਹੋ ਕੇ ਬੈੱਡ ਤੇ ਬੈਠ ਗਿਆ ਤੇ ਕਹਿਣ ਲੱਗਿਆ, ਇੱਕ ਚੰਗੇ ਇਨਸਾਨ ਨੂੰ ਆਪਣੀ ਅਕਲ ਦੇ ਨਾਲ ਅੱਖਾਂ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ। ਕੀ ਸੱਚ ਹੈ, ਕੀ ਝੂਠ ਮੈਂ ਨਹੀਂ ਜਾਣਦਾ ਹਾਂ, ਤੇ ਨਾ ਹੀ ਤੂੰ। ਮੇਰੇ ਕੋਲ ਮੇਰਾ ਇੱਕ ਹੀ ਭਾਈ ਹੈ ਤੇ ਤੂੰ ਤਾਂ ਮੇਰੀ ਪਤਨੀ ਹੈ। ਮੈਂ ਦੋਵਾਂ ਨੂੰ ਖੁਦ ਤੋਂ ਦੂਰ ਨਹੀਂ ਕਰ ਸਕਦਾ। ਸ਼ਾਇਦ ਮੈਂ ਪਿੰਡ ਵਾਲਿਆਂ ਦੀਆਂ ਗੱਲਾਂ ਵਿੱਚ ਆ ਕੇ ਅਜਿਹਾ ਕਹਿ ਰਿਹਾ ਹਾਂ, ਪਰ ਹੁਣ ਤੂੰ ਅੱਗੇ ਤੋਂ ਧਿਆਨ ਰੱਖਣਾ। ਮੈਨੂੰ ਤੇਰੇ ਤੇ ਭਰੋਸਾ ਹੈ ਤੇ ਆਪਣੇ ਭਾਈ ਤੇ ਵੀ।
ਤੂੰ ਖੁਦ ਕੋਸ਼ਿਸ਼ ਕਰਕੇ ਚੂਹੇ ਦਾ ਡਰ ਆਪਣੇ ਦਿਮਾਗ ਤੋਂ ਕੱਢ ਦੇ ਤਾਂ ਕਿ ਇਹ ਸਭ ਦੁਬਾਰਾ ਹੋਣ ਦੀ ਨੌਬਤ ਨਾ ਆਵੇ। ਮੇਰੇ ਪਤੀ ਨੇ ਮੈਨੂੰ ਬਹੁਤ ਪਿਆਰ ਨਾਲ ਸਮਝਾਇਆ ਸੀ, ਜਦੋਂ ਕਿ ਮੈਂ ਇੱਕ ਹੀ ਗੱਲ ਸੋਚ ਰਹੀ ਸੀ ਕਿ ਜਦੋਂ ਮੈਂ ਸਵੇਰੇ ਉੱਠਦੀ ਤਾਂ ਮੇਰੇ ਕੱਪੜੇ ਤੇ ਨਿਸ਼ਾਨ ਕਿਵੇਂ ਹੁੰਦੇ ਸੀ। ਆਖਰ ਮੇਰਾ ਦਿਓਰ ਰਾਤ ਨੂੰ ਮੈਨੂੰ ਜੂਸ ਪਿਲਾ ਕੇ ਮੇਰੇ ਨਾਲ ਕੀ ਕਰਦਾ ਸੀ। ਮੇਰਾ ਦਿਮਾਗ ਉਲਝਣ ਦਾ ਸ਼ਿਕਾਰ ਸੀ। ਮੈਂ ਚਾਹ ਕੇ ਵੀ ਉਸ ਰਾਜ਼ ਤੋਂ ਪਰਦਾ ਨਹੀਂ ਉਠਾ ਪਾ ਰਹੀ ਸੀ। ਹਾਲਾਂਕਿ ਮੈਂ ਕੋਸ਼ਿਸ਼ ਪੂਰੀ ਕੀਤੀ ਸੀ। ਮੈਨੂੰ ਆਪਣੀ ਨਾਕਾਮੀ ਦਾ ਦੁੱਖ ਵੀ ਸੀ ਕਿ ਮੈਂ ਇਹ ਰਾਜ਼ ਜਾਣਨ ਵਿੱਚ ਨਾਕਾਮ ਰਹੀ ਸੀ। ਅਗਲੇ ਕੁਝ ਦਿਨਾਂ ਬਾਅਦ ਮੇਰਾ ਪਤੀ ਵਾਪਸ ਚਲਾ ਗਿਆ ਤੇ ਜਾਣ ਤੋਂ ਪਹਿਲਾਂ ਮੈਨੂੰ ਹੁਸ਼ਿਆਰ ਕਰ ਗਏ ਤਾਂ ਮੈਨੂੰ ਇੱਕ ਪਾਸੇ ਤੋਂ ਖੁਸ਼ੀ ਵੀ ਹੋਈ ਕਿ ਮੇਰਾ ਪਤੀ ਮੇਰੇ ਨਾਲ ਸੀ। ਲੋਕਾਂ ਨੇ ਜਿਵੇਂ ਮਰਜ਼ੀ ਗੱਲ ਕੀਤੀ, ਪਰ ਉਹਨਾਂ ਨੇ ਮੇਰੇ ਤੇ ਪੂਰਾ ਭਰੋਸਾ ਕੀਤਾ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮੇਰੇ ਕੋਲ ਬਹੁਤ ਜ਼ਿਆਦਾ ਸਮਾਂ ਸੀ ਇਹ ਸੋਚਣ ਲਈ ਕਿ ਹੁਣ ਮੈਨੂੰ ਅੱਗੇ ਕੀ ਕਰਨਾ ਹੈ। ਦਿਲ ਕਰਦਾ ਕਿ ਨਾ ਸੋਚਾਂ, ਇਹ ਸਭ ਦਿਮਾਗ ਦਾ ਫਿਤੂਰ ਹੈ, ਪਰ ਮੈਂ ਆਪਣੀ ਸੋਚ ਦਾ ਕੀ ਕਰਦੀ ਜੋ ਵੱਧਦੀ ਹੀ ਜਾ ਰਹੀ ਸੀ। ਇੱਕ ਦਿਨ ਮੈਂ ਸੋਚ ਰਹੀ ਸੀ ਜਦੋਂ ਮੇਰਾ ਦਿਓਰ ਹਮੇਸ਼ਾ ਦੀ ਤਰ੍ਹਾਂ ਕਮਰੇ ਵਿੱਚ ਆਇਆ ਤੇ ਚਿੱਲਾ ਕੇ ਕਹਿਣ ਲੱਗਿਆ, ਭਾਬੀ ਦੇ ਕਮਰੇ ਵਿੱਚ ਚੂਹਾ ਆ ਗਿਆ ਹੈ। ਮੈਂ ਇਹ ਸੁਣਦੇ ਹੀ ਹੜਬੜਾ ਕੇ ਉੱਠੀ ਤੇ ਆਪਣੇ ਦਿਓਰ ਦੇ ਪਿੱਛੇ ਜਾ ਚੁੱਕੀ ਸੀ। ਮੈਂ ਕੱਲ ਰਾਤ ਹੀ ਪਲਾਨ ਬਣਾਇਆ ਸੀ ਕਿ ਕੁਝ ਵੀ ਹੋ ਜਾਵੇ, ਅੱਜ ਤਾਂ ਮੈਂ ਆਪਣੇ ਦਿਓਰ ਦੀ ਇਹਨਾਂ ਹਰਕਤਾਂ ਤੋਂ ਪਰਦਾ ਉਠਾ ਕੇ ਹੀ ਰਹਾਂਗੀ। ਇਸ ਲਈ ਮੈਂ ਡਰ ਕੇ ਆਪਣੇ ਦਿਓਰ ਦੇ ਕਮਰੇ ਵੱਲ ਵਧੀ, ਪਰ ਅੱਜ ਮੈਂ ਸਭ ਕੁਝ ਸੱਚ-ਸੱਚ ਜਾਣਨ ਲਈ ਇੱਕ ਪਲਾਨ ਤਿਆਰ ਕਰ ਰੱਖਿਆ ਸੀ, ਕਿਉਂਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਸੀ। ਨਹੀਂ, ਮੈਂ ਤਾਂ ਸੋ ਰਹੀ ਸੀ। ਜੇ ਮੇਰੇ ਕਮਰੇ ਵਿੱਚ ਚੂਹਾ ਹੈ ਵੀ ਸੀ ਤਾਂ ਮੈਂ ਬੈੱਡ ਤੇ ਸੀ। ਚੂਹਾ ਕੀ ਕਰ ਲੈਂਦਾ, ਮੈਨੂੰ ਤਾਂ ਕੁਝ ਪਤਾ ਵੀ ਨਹੀਂ ਚੱਲਣਾ ਸੀ। ਪਰ ਦਿਓਰ ਨੇ ਅਚਾਨਕ ਦੇ ਕਮਰੇ ਵਿੱਚ ਆ ਕੇ ਮੈਨੂੰ ਜਗਾ ਕੇ ਮੇਰਾ ਸ਼ੱਕ ਯਕੀਨ ਵਿੱਚ ਬਦਲ ਦਿੱਤਾ ਸੀ। ਇਸ ਲਈ ਮੈਂ ਸੋਚ ਲਿਆ ਸੀ ਅੱਜ ਉਹ ਕੁਝ ਵੀ ਖਾਣ ਪੀਣ ਲਈ ਪਾਣੀ ਜਾਂ ਜੂਸ ਦੇਵੇ, ਮੈਂ ਨਹੀਂ ਪੀਵਾਂਗੀ ਤਾਂ ਕਿ ਉਸਦੇ ਇਸ ਰਾਜ਼ ਤੋਂ ਪਰਦਾ ਉਠਾ ਸਕਾਂ। ਮੈਂ ਖਾਮੋਸ਼ੀ ਨਾਲ ਦਿਓਰ ਦੇ ਨਾਲ ਉਸਦੇ ਕਮਰੇ ਵਿੱਚ ਆ ਗਈ। ਮੇਰੇ ਦਿਓਰ ਨੇ ਮੈਨੂੰ ਬੈੱਡ ਤੇ ਹੀ ਬਿਠਾਇਆ ਤੇ ਫਿਰ ਜੂਸ ਦਾ ਗਿਲਾਸ ਮੇਰੇ ਹੱਥਾਂ ਵਿੱਚ ਫੜਾ ਦਿੱਤਾ। ਮੈਂ ਉਸ ਨੂੰ ਦਿਲ ਘਬਰਾਉਣ ਦਾ ਬਹਾਨਾ ਕਰਦੇ ਹੋਏ ਠੰਡਾ ਪਾਣੀ ਲਿਆਉਣ ਨੂੰ ਕਿਹਾ ਤੇ ਉਸਦੇ ਜਾਂਦੇ ਹੀ ਜੂਸ ਪੀਣ ਦੀ ਬਜਾਏ ਮੌਕਾ ਦੇਖਦੇ ਹੀ ਉਹ ਜੂਸ ਕੋਲ ਰੱਖੇ ਗੁਲਦਸਤੇ ਵਿੱਚ ਪਾ ਦਿੱਤਾ ਤੇ ਕੁਝ ਹੀ ਦੇਰ ਬਾਅਦ ਨੀਂਦ ਆਉਣ ਦਾ ਨਾਟਕ ਕਰਦੀ ਮੈਂ ਉੱਥੇ ਲੇਟ ਗਈ। ਅੱਖਾਂ ਨੂੰ ਬੰਦ ਕੀਤਾ, ਮੇਰਾ ਦਿਲ ਡਰ ਨਾਲ ਕੰਬ ਰਿਹਾ ਸੀ। ਮੈਨੂੰ ਲੇਟੇ ਕੁਝ ਦੇਰ ਹੀ ਗੁਜ਼ਰੀ ਸੀ ਕਿ ਮੈਨੂੰ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ। ਉਸ ਆਵਾਜ਼ ਤੇ ਮੇਰਾ ਪੂਰਾ ਵਜੂਦ ਕੰਬਣ ਲੱਗਿਆ। ਆਉਣ ਵਾਲੀ ਸ਼ਾਇਦ ਇੱਕ ਕੁੜੀ ਸੀ। ਉਸਨੇ ਆਉਂਦੇ ਹੀ ਮੇਰੇ ਹੱਥਾਂ ਪੈਰਾਂ ਨੂੰ ਰੱਸੀ ਨਾਲ ਮਜ਼ਬੂਤੀ ਨਾਲ ਬੰਨ੍ਹ ਦਿੱਤਾ ਤੇ ਫਿਰ ਕਮਰੇ ਵਿੱਚ ਅਜੀਬ ਜਿਹੀ ਬਦਬੂ ਫੈਲਣ ਲੱਗੀ ਸੀ। ਮੇਰਾ ਦਿਓਰ ਵੀ ਉਸਦੇ ਨਾਲ ਸੀ। ਮੈਂ ਬਿਲਕੁਲ ਹਲਕੀ ਜਿਹੀ ਅੱਖ ਖੋਲ੍ਹ ਕੇ ਦੇਖਣ ਦੀ ਕੋਸ਼ਿਸ਼ ਕੀਤੀ। ਉਸ ਦੇ ਬਾਅਦ ਉਹਨਾਂ ਦੋਵਾਂ ਨੇ ਜੋ ਕੁਝ ਮੇਰੇ ਨਾਲ ਕੀਤਾ, ਉਸ ਦੌਰਾਨ ਮੈਂ ਉਹਨਾਂ ਦੀ ਗੱਲ ਖਾਮੋਸ਼ੀ ਨਾਲ ਅੱਖਾਂ ਬੰਦ ਕਰਕੇ ਸੁਣਦੀ ਰਹੀ। ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਚੁੱਕੀ ਸੀ, ਕਿਉਂਕਿ ਕੋਈ ਇੰਨਾ ਵੀ ਕਿਵੇਂ ਗਿਰ ਸਕਦਾ ਹੈ। ਦਰਅਸਲ ਮੇਰਾ ਦਿਓਰ ਮੇਰੇ ਤੇ ਕਾਲਾ ਜਾਦੂ ਕਰਵਾ ਰਿਹਾ ਸੀ ਕਿ ਮੈਂ ਕਦੇ ਮਾਂ ਨਾ ਬਣ ਸਕਾਂ, ਕਿਉਂਕਿ ਜੇ ਮੇਰੀ ਔਲਾਦ ਹੋ ਜਾਂਦੀ ਤਾਂ ਜਾਇਦਾਦ ਦਾ ਘੱਟ ਹਿੱਸਾ ਦਿਓਰ ਦੇ ਹਿੱਸੇ ਆਉਂਦਾ। ਇਹ ਸਭ ਗੱਲ ਮੈਂ ਆਪਣੇ ਕੰਨਾਂ ਨਾਲ ਸੁਣੀ ਸੀ। ਪਤੀ ਦੇ ਆਉਣ ਤੋਂ ਬਾਅਦ ਪਿੰਡ ਵਾਲਿਆਂ ਵਿੱਚ ਉਹ ਗੱਲ ਫੈਲਾਉਣ ਵਾਲਾ ਵੀ ਮੇਰਾ ਦਿਓਰ ਹੀ ਸੀ, ਤਾਂ ਕਿ ਮੇਰੇ ਪਤੀ ਗੁੱਸੇ ਵਿੱਚ ਮੈਨੂੰ ਤਲਾਕ ਦੇ ਕੇ ਹਮੇਸ਼ਾ ਲਈ ਬਾਹਰ ਮੁਲਕ ਚਲਾ ਜਾਵੇ ਤੇ ਉਹ ਉਸ ਕੁੜੀ ਨਾਲ ਵਿਆਹ ਕਰਾ ਲਵੇ। ਉਸਦੇ ਨਾਲ ਮਿਲ ਕੇ ਉਹ ਰੋਜ਼ ਮੇਰੇ ਤੇ ਜਾਦੂ ਕਰਦਾ ਸੀ। ਉਸ ਦੀਆਂ ਗੱਲਾਂ ਨਾਲ ਹੀ ਮੈਨੂੰ ਅੰਦਾਜ਼ਾ ਹੋਇਆ ਸੀ ਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਸ ਤੇ ਸ਼ੱਕ ਕਰ ਰਹੀ ਹਾਂ। ਇਸ ਲਈ ਉਸਨੇ ਮੇਰੇ ਕਮਰੇ ਵਿੱਚ ਸੱਚ ਦਾ ਚੂਹਾ ਛੱਡ ਦਿੱਤਾ ਸੀ, ਜਿਸ ਨਾਲ ਮੈਂ ਦਿਓਰ ਤੇ ਸ਼ੱਕ ਕਰਨਾ ਛੱਡ ਦਿੱਤਾ ਤੇ ਬਦਨਾਮੀ ਦੇ ਡਰ ਨਾਲ ਇਹ ਗੱਲ ਮੈਂ ਆਪਣੇ ਪਤੀ ਨੂੰ ਵੀ ਦੱਸੀ ਸੀ। ਪਰ ਮੈਂ ਤਾਂ ਆਪਣੇ ਪਤੀ ਨੂੰ ਸਭ ਸੱਚ ਦੱਸ ਚੁੱਕੀ ਸੀ। ਮੈਂ ਉਸ ਦੀ ਗੱਲ ਸੁਣਦੇ ਹੀ ਦਿਲ ਵਿੱਚ ਰੱਬ ਦਾ ਸ਼ੁਕਰੀਆ ਅਦਾ ਕੀਤਾ ਕਿ ਸਹੀ ਸਮੇਂ ਰਹਿੰਦੇ ਹੀ ਮੈਂ ਆਪਣੇ ਪਤੀ ਨੂੰ ਸੱਚ ਦੱਸ ਦਿੱਤਾ। ਮੈਂ ਉਹਨਾਂ ਦੀਆਂ ਗੱਲਾਂ ਨੂੰ ਖਾਮੋਸ਼ੀ ਨਾਲ ਸੁਣਦੀ ਰਹੀ। ਉਸ ਸਮੇਂ ਜਲਦਬਾਜ਼ੀ ਕਰਕੇ ਮੈਂ ਸਭ ਕੁਝ ਖਰਾਬ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਹ ਜੋ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਕਰਨ ਦਿੱਤਾ। ਇਹ ਸਭ ਬਹੁਤ ਮੁਸ਼ਕਿਲ ਸੀ, ਪਰ ਮੈਨੂੰ ਕਰਨਾ ਪਿਆ। ਬਹੁਤ ਮੁਸ਼ਕਿਲ ਨਾਲ ਉਹ ਸਮਾਂ ਗੁਜ਼ਰਿਆ। ਉਹ ਦੋਵੇਂ ਜਦੋਂ ਕਮਰੇ ਤੋਂ ਬਾਹਰ ਗਏ ਤਾਂ ਮੈਂ ਅੱਖ ਖੋਲ੍ਹੀ। ਕਮਰੇ ਵਿੱਚ ਹਰ ਤਰਫ ਅਜੀਬ ਜਿਹੀ ਬਦਬੂ ਸੀ। ਅੱਖਾਂ ਖੋਲ੍ਹਣ ਤੇ ਅੱਖਾਂ ਵਿੱਚ ਮਿਰਚੀ ਲੱਗ ਰਹੀ ਸੀ। ਮੇਰੇ ਹੱਥ ਖੋਲ੍ਹ ਦਿੱਤੇ ਗਏ ਸੀ। ਮੈਂ ਇੱਕ ਨਜ਼ਰ ਬਾਹਰ ਜਾ ਕੇ ਦੇਖਿਆ ਤਾਂ ਕੋਈ ਵੀ ਨਹੀਂ ਸੀ। ਸ਼ਾਇਦ ਦਿਓਰ ਉਸ ਕੁੜੀ ਨੂੰ ਛੱਡਣ ਗਿਆ ਸੀ। ਮੈਂ ਜਲਦੀ ਨਾਲ ਜਾ ਕੇ ਆਪਣਾ ਮੂੰਹ ਧੋਇਆ ਤੇ ਉੱਥੇ ਦੁਬਾਰਾ ਲੇਟ ਗਈ। ਸਵੇਰ ਹੋਈ ਤਾਂ ਜਲਦੀ ਨਾਲ ਕਮਰੇ ਵਿੱਚ ਆ ਗਈ ਤਾਂ ਕਿ ਦਿਓਰ ਨੂੰ ਜਰਾ ਵੀ ਸ਼ੱਕ ਨਾ ਹੋਵੇ। ਮੈਂ ਇਸ ਘਰ ਵਿੱਚ ਨੌਕਰਾਂ ਦੇ ਹੁੰਦੇ ਹੋਏ ਵੀ ਇਕੱਲੀ ਸੀ। ਉੱਥੇ ਸਾਰੇ ਨੌਕਰ ਵੀ ਸੀ। ਜੇ ਦਿਓਰ ਨੂੰ ਭਣਕ ਵੀ ਪੈ ਜਾਂਦੀ ਕਿ ਮੈਂ ਉਸਦੇ ਸੱਚ ਤੋਂ ਵਾਕਿਫ ਹਾਂ ਤਾਂ ਪਤਾ ਨਹੀਂ ਮੇਰਾ ਕੀ ਅੰਜਾਮ ਹੁੰਦਾ। ਇਹ ਸੋਚਦੇ ਰੁਕ ਗਈ ਸੀ। ਮੈਂ ਡਰ ਦੀ ਵਜ੍ਹਾ ਨਾਲ ਫੁੱਟ-ਫੁੱਟ ਕੇ ਰੋ ਰਹੀ ਸੀ। ਮੈਂ ਰੋਂਦੇ ਹੋਏ ਆਪਣੇ ਪਤੀ ਨੂੰ ਜਲਦੀ ਆਉਣ ਨੂੰ ਕਿਹਾ ਤਾਂ ਉਹ ਪਰੇਸ਼ਾਨ ਹੋ ਗਿਆ ਤੇ ਅਗਲੀ ਸਵੇਰ ਹੀ ਘਰ ਆ ਗਿਆ। ਮੇਰੇ ਪਤੀ ਦੇ ਆਉਣ ਨਾਲ
ਮੇਰੇ ਵਿੱਚ ਹਿੰਮਤ ਆ ਗਈ ਸੀ ਤੇ ਕੁਝ ਸਹਾਰਾ ਮਿਲਿਆ ਸੀ। ਮੈਂ ਆਪਣੇ ਪਤੀ ਦੇ ਆਉਂਦੇ ਹੀ ਉਸ ਨੂੰ ਸਭ ਸੱਚ ਦੱਸ ਦਿੱਤਾ ਸੀ ਕਿ ਉਸ ਦਾ ਭਰਾ ਕੀ ਕਰਦਾ ਫਿਰ ਰਿਹਾ ਹੈ। ਸਿਰਫ ਜ਼ਮੀਨ ਤੇ ਜਾਇਦਾਦ ਪਾਉਣ ਲਈ ਉਹ ਕਿਸ ਹੱਦ ਤੱਕ ਗਿਰ ਚੁੱਕਿਆ ਹੈ। ਮੇਰੀ ਸਾਰੀ ਗੱਲ ਸੁਣਨ ਦੇ ਬਾਅਦ ਪਤੀ ਖਾਮੋਸ਼ ਰਿਹਾ ਤੇ ਅਚਾਨਕ ਉੱਠ ਕੇ ਬਾਹਰ ਚਲਾ ਗਿਆ। ਉਸ ਦੇ ਬਾਅਦ ਪਤਾ ਨਹੀਂ ਉਸਨੇ ਕੀ ਕੀਤਾ ਕਿ 2 ਦਿਨ ਬਾਅਦ ਹੀ ਇੱਕ ਰੋਜ਼ ਮੈਂ ਕਮਰੇ ਵਿੱਚ ਬੈਠੀ ਆਪਣੇ ਪਤੀ ਦੀ ਚੁੱਪੀ ਦੇ ਬਾਰੇ ਵਿੱਚ ਸੋਚ ਰਹੀ ਸੀ ਕਿ ਅਚਾਨਕ ਦਿਓਰ ਦੀ ਗੁੱਸੇ ਭਰੀ ਆਵਾਜ਼ ਨੂੰ ਸੁਣ ਕੇ ਮੈਂ ਕਮਰੇ ਤੋਂ ਬਾਹਰ ਆ ਗਈ। ਉਦੋਂ ਪਤਾ ਚੱਲਿਆ ਕਿ ਮੇਰੇ ਪਤੀ ਨੇ ਆਪਣੇ ਭਰਾ ਨੂੰ ਸਾਰੀ ਜਾਇਦਾਦ ਦੇ ਦਿੱਤੀ ਹੈ ਤੇ ਹੁਣ ਇਹ ਘਰ ਵੀ ਉਸ ਨੂੰ ਰੱਖਣ ਨੂੰ ਕਿਹਾ ਹੈ, ਕਿਉਂਕਿ ਉਹ ਮੈਨੂੰ ਲੈ ਕੇ ਸ਼ਹਿਰ ਸ਼ਿਫਟ ਹੋ ਰਿਹਾ ਹੈ। ਦੇਵਰ ਉਸ ਨੂੰ ਪਿਆਰ ਨਾਲ ਮਨਾ ਰਿਹਾ ਸੀ। ਜਦੋਂ ਉਹ ਨਾ ਮੰਨਿਆ ਤਾਂ ਗੁੱਸਾ ਕਰਨ ਲੱਗਿਆ ਕਿ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਆਪਣੇ ਭਰਾ ਨੂੰ ਛੱਡ ਰਿਹਾ ਹੈ। ਮੇਰੇ ਪਤੀ ਨੇ ਅੱਗੇ ਤੋਂ ਸਬਰ ਤੋਂ ਕੰਮ ਲਿਆ ਤੇ ਉਸ ਨੂੰ ਕੁਝ ਨਾ ਕਿਹਾ ਤੇ ਮੇਰਾ ਹੱਥ ਫੜ ਕੇ ਮੈਨੂੰ ਅੰਦਰ ਲੈ ਗਏ ਤੇ ਸਮਾਨ ਪੈਕ ਕਰਨ ਨੂੰ ਕਿਹਾ। ਜਦੋਂ ਮੈਂ ਖਾਮੋਸ਼ੀ ਦੀ ਵਜ੍ਹਾ ਪੁੱਛੀ ਤਾਂ ਉਹਨਾਂ ਨੇ ਕਿਹਾ, ਮੇਰੇ ਨਾਲ ਇੱਥੇ ਤੋਂ ਸ਼ਹਿਰ ਸ਼ਿਫਟ ਹੋ ਜਾ ਤਾਂ ਸਭ ਦੱਸ ਦੇਵਾਂਗਾ। ਉਸੇ ਸਮੇਂ ਅਸੀਂ ਆਪਣਾ ਸਮਾਨ ਲੈ ਕੇ ਆ ਗਏ ਸੀ। ਇੱਥੇ ਪਤੀ ਦੇ ਕਿਸੇ ਦੋਸਤ ਦੇ ਘਰ ਰੁਕੇ ਸੀ। ਉਸ ਸਮੇਂ ਰਾਤ ਨੂੰ ਪਤੀ ਨੇ ਦੱਸਿਆ ਕਿ ਉਹ ਇੱਥੇ ਘਰ ਖਰੀਦਣ ਵਾਲਾ ਹੈ ਤੇ ਇਸ ਦੋਸਤ ਦੇ ਨਾਲ ਮਿਲ ਕੇ ਬਿਜ਼ਨਸ ਕਰੇਗਾ। ਜਦੋਂ ਮੈਂ ਦਿਓਰ ਦੇ ਬਾਰੇ ਵਿੱਚ ਪੁੱਛਿਆ ਤਾਂ ਉਸਨੇ ਕਿਹਾ ਕਿ ਉਸ ਦੇ ਸਾਹਮਣੇ ਜੇ ਮੈਂ ਤੇਰੀ ਚੂਹੇ ਵਾਲੀ ਗੱਲ ਦੇ ਜ਼ਿਕਰ ਤੋਂ ਬਾਅਦ ਸਾਰੀ ਰਾਤ ਉਸ ਦੇ ਕਮਰੇ ਵਿੱਚ ਗੁਜ਼ਾਰਨ ਦਾ ਜ਼ਿਕਰ ਕਰਦਾ ਤਾਂ ਉਹ ਤੇਰੇ ਤੇ ਹੋਰ ਕੀਚੜ ਉਛਾਲਦਾ। ਸਾਰੇ ਲੋਕ ਉਸ ਨੂੰ ਸਹੀ ਤੇ ਤੈਨੂੰ ਗਲਤ ਸਮਝਦੇ। ਇਸ ਲਈ ਮੈਂ ਖਾਮੋਸ਼ੀ ਨਾਲ ਤੈਨੂੰ ਅੱਜ ਹੀ ਉੱਥੋਂ ਲੈ ਆਇਆ, ਕਿਉਂਕਿ ਪੈਸੇ ਦੀ ਜੋ ਪੱਟੀ ਮੇਰੇ ਭਰਾ ਦੀਆਂ ਅੱਖਾਂ ਤੇ ਬੰਨੀ ਮੈਨੂੰ ਨਜ਼ਰ ਆਈ, ਉਹ ਜ਼ਰੂਰ ਕੁਝ ਗਲਤ ਕਰ ਦਿੰਦਾ। ਇਸ ਲਈ ਮੈਂ ਉਸ ਦੇ ਸਾਹਮਣੇ ਕੁਝ ਜ਼ਾਹਿਰ ਨਾ ਕੀਤਾ ਤੇ ਨਾ ਹੀ ਉਸ ਨੂੰ ਆਪਣਾ ਸਹੀ ਪਤਾ ਦੱਸ ਕੇ ਆਇਆ ਹਾਂ। ਪਤੀ ਦੀ ਗੱਲ ਬਿਲਕੁਲ ਸਹੀ ਸੀ। ਉਸਨੇ ਸਮਝਦਾਰੀ ਤੋਂ ਕੰਮ ਲਿਆ ਸੀ। ਕਾਲੇ ਜਾਦੂ ਦੇ ਉਤਾਰ ਲਈ ਮੇਰੇ ਪਤੀ ਨੇ ਇੱਕ ਬਾਬਾ ਨੂੰ ਦਿਖਾਇਆ। ਉਸਨੇ ਜੋ ਦੱਸਿਆ ਉਹ ਬਹੁਤ ਮੁਸ਼ਕਿਲ ਸੀ, ਪਰ ਕੁਝ ਦਿਨ ਬਾਅਦ ਮੈਂ ਬਿਲਕੁਲ ਠੀਕ ਹੋ ਚੁੱਕੀ ਸੀ ਤੇ ਸਾਡੇ ਇੱਕ ਮੁੰਡਾ ਵੀ ਹੋ ਗਿਆ ਸੀ। ਤੇ ਕੁਝ ਦਿਨ ਬਾਅਦ ਸਾਨੂੰ ਇਹ ਖਬਰ ਸੁਣਨ ਨੂੰ ਮਿਲੀ ਕਿ ਦਿਓਰ ਨੇ ਜਿਸ ਕੁੜੀ ਨਾਲ ਵਿਆਹ ਕੀਤਾ ਸੀ ਉਹ ਦਿਓਰ ਦੀ ਸਾਰੀ ਜਾਇਦਾਦ ਆਪਣੇ ਨਾਂ ਕਰਾ ਕੇ ਉਸ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਭੱਜ ਗਈ ਹੈ ਤੇ ਅੱਜ ਉਹ ਇਕੱਲਾ ਧੱਕੇ ਖਾਂਦਾ ਫਿਰ ਰਿਹਾ ਹੈ। ਬੁਰੇ ਕਰਮਾਂ ਦਾ ਬੁਰਾ ਨਤੀਜਾ। ਹੁਣ ਤੁਸੀਂ ਦੱਸੋ ਦੋਸਤੋ, ਕੀ ਮੇਰੇ ਦਿਓਰ ਨੇ ਮੇਰੇ ਨਾਲ ਸਹੀ ਕੀਤਾ? ਆਪਣੇ ਕੀਮਤੀ ਵਿਚਾਰ